ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ ਬੇਸ਼ੁਮਾਰ ਅਥਾਹ ਅਗਣਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਕਿਛੂ ਕਾਜ ਨ ਕੀਓ ਜਾਨ। ਸੂਰਤ ਮਤ ਨਾਹੀ ਕਿਛ ਗਿਆਨ। ਜਾਪ ਤਾਪ ਸੀਲ ਨਹੀਂ ਧਰਮ। ਕਿਛੂ ਨਾ ਜਾਨੋ ਕੈਸਾ ਕਰਮ। ਕਿਛੂ ਕਾਜ ਨ ਕੀਓ ਜਾਨ। ਸੂਰਤ ਮਤ ਨਾਹੀ ਕਿਛ ਗਿਆਨ। ਜਾਪ ਤਾਪ ਸੀਲ ਨਹੀਂ ਧਰਮ। ਕਿਛੂ ਨਾ ਜਾਨੋ ਕੈਸਾ ਕਰਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਵ ਕਲਾ ਭਰਪੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ। ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਨੇ ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਰਾਮ ਕਲੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ। 894 ਅੰਗ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹਨ। ਰਾਮ ਕਲੀ ਮਹੱਲਾ ਪੰਜਵਾਂ। ਕਿਛੂ ਕਾਜ ਨਾ ਕੀਓ ਜਾਨ। ਸੂਰਤ ਮਤ ਨਾਹੀ ਕਿਛ ਗਿਆਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਉੱਤਮ ਜਗਿਆਸੂ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਸ਼ਾਸਤਰ ਵਿੱਚ 3 ਤਰ੍ਹਾਂ ਦੇ ਜਗਿਆਸੂਆਂ ਦਾ ਜ਼ਿਕਰ ਆਉਂਦਾ ਹੈ, ਉੱਤਮ, ਮੱਧਮ ਅਤੇ ਕਨਿਸ਼ਟ। ਉੱਤਮ ਜਗਿਆਸੂ ਜਿਹੜਾ ਕੇਵਲ ਹੁਣ ਪਰਮਾਤਮਾ ਦੀ ਭਗਤੀ ਦੇ ਵਿੱਚ ਜੁੜਿਆ ਹੈ। ਜਿਵੇਂ ਉਹ ਪਰਮਾਤਮਾ ਦੀ ਭਗਤੀ ਵਿੱਚ ਜੁੜਿਆ ਹੈ, ਉਸ ਨੂੰ ਆਤਮਿਕ ਸੋਝੀ ਆਉਣ ਲੱਗ ਜਾਂਦੀ ਹੈ। ਦੂਸਰਾ ਹੁੰਦਾ ਹੈ ਮੱਧਮ ਜਗਿਆਸੂ। ਮੱਧਮ ਭਾਵ ਦਾ ਜਗਿਆਸੂ ਕੀ ਹੁੰਦਾ ਹੈ? ਉਹ ਕਿਸੇ ਪਦਾਰਥ ਵਸ, ਕਿਸੇ ਲੋੜ ਦੇ ਕਾਰਨ ਪਰਮਾਤਮਾ ਦੀ ਭਗਤੀ ਕਰਦਾ ਹੈ।
ਉਹਨਾਂ ਚਿਰ ਉਹਦੇ ਅੰਦਰ ਸ਼ਰਧਾ ਹੁੰਦੀ ਹੈ, ਭਾਵਨਾ ਹੁੰਦੀ ਹੈ, ਪ੍ਰੇਮ ਹੁੰਦਾ ਹੈ। ਜਦੋਂ ਲੋੜ ਪੂਰੀ ਹੋ ਗਈ ਫਿਰ ਉਹ ਭੁੱਲ ਜਾਂਦਾ ਹੈ। ਉਸ ਅਵਸਥਾ ਦੇ ਜਗਿਆਸੂ ਕੋਈ ਵਿਰਲਾ ਹੁੰਦਾ ਜਿਹੜਾ ਉਹਨਾਂ ਵਿੱਚੋਂ ਜਾਗ ਕੇ ਉੱਤਮ ਜਗਿਆਸੂ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਤੀਸਰਾ ਹੁੰਦਾ ਹੈ ਕਨਿਸ਼ਟ ਭਾਵ ਦਾ ਜਗਿਆਸੂ। ਜਗਿਆਸੂ ਦਾ ਭਾਵ ਕੀ ਹੈ? ਜਿਹਦੇ ਅੰਦਰ ਕੁਝ ਜਾਣਨ ਦੀ ਇੱਛਾ ਹੈ, ਜਾਣਨ ਦੀ ਆਸਾ ਹੈ। ਜੋ ਕਨਿਸ਼ਟ ਭਾਵ ਦਾ ਹੁੰਦਾ ਹੈ ਉਹ ਵੀ ਕੁਝ ਜਾਣਨਾ ਚਾਹੁੰਦਾ ਹੈ, ਪਰ ਕੀ ਜਾਣਨਾ ਚਾਹੁੰਦਾ ਹੈ? ਅਕਸਰ ਇਸ ਤਰ੍ਹਾਂ ਦੇ ਮਨੁੱਖ ਜਿੱਥੇ ਵੀ ਜਾਣਗੇ ਉਹਨਾਂ ਨੇ ਕੋਈ ਨਾ ਕੋਈ ਕਮੀ ਕੱਢਣੀ ਹੁੰਦੀ ਹੈ, ਕੋਈ ਨਾ ਕੋਈ ਦੋਸ਼ ਕੱਢਣਾ ਹੁੰਦਾ ਹੈ। ਉਸ ਤੋਂ ਆਪ ਕੋਈ ਸਿੱਖਿਆ ਨਹੀਂ ਲੈਣੀ, ਆਪ ਕੋਈ ਲਾਭ ਨਹੀਂ ਪ੍ਰਾਪਤ ਕਰਨਾ, ਬਸ ਸਾਰੀ ਉਮਰ ਉਹਨਾਂ ਦਾ ਇਹੀ ਵਿਹਾਰ ਰਹਿੰਦਾ ਹੈ। ਇਸ ਚੀਜ਼ ਦੇ ਵਿੱਚ ਇਹ ਦੋਸ਼ ਹੈ, ਇਸ ਵਿੱਚ ਇਹ ਦੋਸ਼ ਹੈ, ਇਹਦੇ ਵਿੱਚ ਇਹ ਦੋਸ਼ ਹੈ। ਇਸ ਤਰ੍ਹਾਂ ਦਾ ਮਨੁੱਖ ਹੋਰ ਸਾਰੇ ਕਰਮ ਧਰਮ ਵਿੱਚ, ਸੰਸਾਰ ਦੇ ਕਾਰ ਵਿਹਾਰ ਵਿੱਚ ਦੋਸ਼ ਤਾਂ ਕੱਢਦਾ ਹੀ ਹੈ, ਉਹ ਪਰਮਾਤਮਾ ਵਿੱਚ ਵੀ ਦੋਸ਼ ਕੱਢਦਾ ਹੈ ਵੀ ਪਰਮਾਤਮਾ ਦੇ ਵਿੱਚ ਇਹ ਦੋਸ਼ ਹੈ, ਪਰਮਾਤਮਾ ਨੇ ਮਾੜਾ ਕੀਤਾ ਹੈ, ਪਰਮਾਤਮਾ ਨੇ ਇਹ ਜਿਹੜਾ ਹੈ ਕਰਮ ਚੰਗਾ ਨਹੀਂ ਕੀਤਾ। ਤਾਂ ਇਸ ਤਰ੍ਹਾਂ ਕਨਿਸ਼ਟ ਭਾਵ ਦਾ ਜਗਿਆਸੂ ਸਭ ਤੋਂ ਨੀਚ ਭਾਵ 'ਚ ਹੁੰਦਾ ਹੈ, ਉਹ ਕੁਝ ਲਾਭ ਨਹੀਂ ਲੈ ਸਕਦਾ। ਜਿਵੇਂ ਸਤ ਸੰਗਤ ਵਿੱਚ ਆਉਣਗੇ ਉਹ ਨੁਕਸ ਕੱਢੀ ਜਾਣਗੇ, ਤੇ ਨੁਕਸ ਹੈ, ਤੇ ਨੁਕਸ ਹੈ, ਲੰਗਰ ਵਿੱਚ, ਸੇਵਾ ਵਿੱਚ, ਹਰ ਇੱਕ ਚੀਜ਼ ਵਿੱਚ ਉਹਨਾਂ ਨੁਕਸ ਕੱਢਣਾ ਹੁੰਦਾ ਹੈ। ਜੇ ਆਪਾਂ ਐਸੀ ਬਿਰਤੀ ਬਣਾ ਲਾਂਗੇ ਨਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਜਿਸ ਤਰ੍ਹਾਂ ਦੀ ਸਾਡੀ ਆਪਣੀ ਦ੍ਰਿਸ਼ਟੀ ਹੈ ਸਾਨੂੰ ਸ੍ਰਿਸ਼ਟੀ ਉਸ ਤਰ੍ਹਾਂ ਦੀ ਲੱਗਣ ਲੱਗ ਜਾਵੇਗੀ। ਜੇ ਆਪਾਂ ਚੰਗੇ ਭਾਵ ਨਾਲ ਵੇਖਾਂਗੇ ਸਾਰੀ ਦੁਨੀਆ ਚੰਗੀ ਲੱਗਣ ਲੱਗ ਜਾਵੇਗੀ, ਸਾਰੀ ਸ੍ਰਿਸ਼ਟੀ ਚੰਗੀ ਲੱਗਣ ਲੱਗ ਜਾਵੇਗੀ। ਤੇ ਜੇ ਆਪਣੇ ਅੰਦਰ ਮਾੜਾ ਭਾਵ ਹੈ ਤਾਂ ਆਪਾਂ ਨੂੰ ਸਾਰੇ ਮਾੜੇ ਲੱਗਣ ਲੱਗ ਜਾਣਗੇ। ਜਿਵੇਂ ਭਾਈ ਗੁਰਦਾਸ ਜੀ ਨੇ ਕੌਰਵਾਂ ਤੇ ਪਾਂਡਵਾਂ ਦਾ ਪ੍ਰਸੰਗ ਲਿਖਿਆ ਹੈ ਵੀ ਇੱਕ ਵਾਰੀ ਦਰੋਣਾਚਾਰੀਆ ਜੋ ਉਹਨਾਂ ਦਾ ਗੁਰੂ ਹੈ, ਉਹਦੇ ਕੋਲ ਦੁਰਯੋਧਨ ਗਿਲਾ ਕਰਦਾ ਹੈ ਕਿ ਹੇ ਗੁਰਦੇਵ, ਤੁਸੀਂ ਸਾਡੇ ਦੋਵਾਂ ਪੱਖਾਂ ਦੇ ਗੁਰੂ ਹੋ, ਪਰ ਤੁਸੀਂ ਪਾਂਡਵਾਂ ਦਾ ਬੜਾ ਹਿੱਤ ਕਰਦੇ ਹੋ, ਬੜਾ ਹਿੱਤ ਕਰਦੇ ਹੋ, ਇਹਦਾ ਕਾਰਨ ਕੀ ਹੈ? ਤਾਂ ਉਸ ਸਮੇਂ ਫਿਰ ਦਰੋਣਾਚਾਰੀਆ ਜੀ ਕਹਿਣ ਲੱਗੇ, ਤੈਨੂੰ ਲੱਗਦਾ ਹੈ ਅਸੀਂ ਤੁਹਾਡੇ ਨਾਲ ਕੋਈ ਫਰਕ ਨਹੀਂ ਰੱਖਦੇ, ਤੁਹਾਨੂੰ ਤਾਲੀਮ, ਗਿਆਨ, ਸੋਝੀ, ਵਿਦਿਆ ਬਰਾਬਰ ਦੇ ਰਹੇ ਹਾਂ, ਇਹ ਤੁਹਾਡੇ ਮਨ ਵਿੱਚ ਹੈ ਕਿ ਸਾਡੇ ਨਾਲ ਫਰਕ ਹੋ ਰਿਹਾ ਹੈ। ਤਾਂ ਉਸ ਸਮੇਂ ਉਹ ਨਿਰਣਾ ਕਰਾਉਣ ਵਾਸਤੇ ਉਹਨੂੰ ਨਗਰ ਵਿੱਚ ਭੇਜਿਆ, ਜਾਂ ਕੋਈ ਚੰਗਾ ਬੰਦਾ ਲੱਭ ਕੇ ਲਿਆ ਜਿਹਦੇ ਵਿੱਚ ਕੋਈ ਔਗਣ ਨਾ ਹੋਵੇ। ਯੁਧਿਸ਼ਠਰ ਨੂੰ ਭੇਜਿਆ, ਤੂੰ ਕੋਈ ਮਾੜਾ ਬੰਦਾ ਲੱਭ ਕੇ ਲਿਆ। ਦੁਰਯੋਧਨ ਸਾਰਾ ਦਿਨ ਸ਼ਹਿਰ ਦੇ ਵਿੱਚ ਘੁੰਮਿਆ, ਨਗਰ ਵਿੱਚ ਘੁੰਮਿਆ ਤੇ ਵਾਪਸ ਆ ਗਿਆ। ਦਰੋਣਾਚਾਰੀਆ ਜੀ ਕਹਿੰਦੇ ਕੀ ਤੈਨੂੰ ਕੋਈ ਚੰਗਾ ਬੰਦਾ ਨਹੀਂ ਮਿਲਿਆ ਨਗਰ ਵਿੱਚੋਂ? ਕਹਿਣ ਲੱਗਾ, ਮਹਾਰਾਜ ਮੈਂ ਤੇ ਜਿਹਨੂੰ ਵੀ ਪਰਖਿਆ ਵੇਖਿਆ ਹੈ, ਕੋਈ ਨਾ ਕੋਈ ਉਹਦੇ ਵਿੱਚ ਦੋਸ਼, ਕੋਈ ਨਾ ਕੋਈ ਉਹਦੇ ਵਿੱਚ ਔਗਣ। ਜਦੋਂ ਯੁਧਿਸ਼ਠਰ ਵਾਪਸ ਆਇਆ ਉਹਨੂੰ ਪੁੱਛਿਆ ਵੀ ਤੈਨੂੰ ਕੋਈ ਮਾੜਾ ਬੰਦਾ ਨਹੀਂ ਲੱਭਿਆ? ਦੁਰਯੋਧਨ ਨੂੰ ਤਾਂ ਕੋਈ ਚੰਗਾ ਬੰਦਾ ਲੱਭਿਆ ਹੀ ਨਹੀਂ, ਕਹਿੰਦਾ ਸਾਰੇ ਮਾੜੇ ਨੇ, ਸ਼ਹਿਰ ਹੀ ਮਾੜਿਆਂ ਦਾ ਭਰਿਆ ਹੋਇਆ ਹੈ, ਤੇ ਤੈਨੂੰ ਕੋਈ ਮਾੜਾ ਬੰਦਾ ਨਹੀਂ ਮਿਲਿਆ। ਉਹ ਕਹਿੰਦੇ ਮਹਾਰਾਜ ਜਦੋਂ ਮੈਂ ਆਪਣੇ ਵੱਲ ਨਿਗਾਹ ਮਾਰੀ ਤੇ ਮੈਨੂੰ ਆਪਣੇ ਤੋਂ ਬੁਰਾ ਕੋਈ ਵੀ ਨਜ਼ਰ ਨਹੀਂ ਆਇਆ। ਤੋ ਇਹ ਜਿਸ ਤਰ੍ਹਾਂ ਦੀ ਮਨੁੱਖ ਦੀ ਆਪਣੀ ਦ੍ਰਿਸ਼ਟੀ ਹੈ ਉਸ ਤਰ੍ਹਾਂ ਦੀ ਉਹਨੂੰ ਸ੍ਰਿਸ਼ਟੀ ਲੱਗਣ ਲੱਗ ਜਾਂਦੀ ਹੈ। ਜੇ ਆਪ ਚੰਗਾ ਹੈ ਉਹਨੂੰ ਸਾਰੇ ਚੰਗੇ ਨਜ਼ਰ ਆਉਂਦੇ ਨੇ, ਜਿਹਦੇ ਵਿੱਚ ਆਪ ਦੋਸ਼ਣ ਔਗਣ ਹਨ ਉਹਨੂੰ ਸਾਰੇ ਔਗਣ ਹਾਰੇ ਲੱਗਦੇ ਨੇ, ਸਾਰਿਆਂ ਵਿੱਚ ਬੁਰਾਈ ਲੱਗਦੀਆਂ ਹਨ।
ਤਾਂ ਹੀ ਤੇ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਨ ਡੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ। ਤੋ ਇੱਥੇ ਪਾਤਸ਼ਾਹ ਜੀ ਉੱਤਮ ਜਗਿਆਸੂ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਆਪਾਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਾਨੂੰ ਉੱਤਮ ਜਗਿਆਸੂ ਵਾਲੀ ਅਵਸਥਾ ਪ੍ਰਾਪਤ ਹੋ ਜਾਵੇ। ਉੱਤਮ ਜਗਿਆਸੂ ਵਾਲੀ ਸਾਡੇ ਵਿੱਚ ਗੁਣ ਆ ਜਾਣ। ਤੋ ਸਤਿਗੁਰੂ ਪਾਤਸ਼ਾਹ ਜੀ ਇੱਥੇ ਉੱਤਮ ਜਗਿਆਸੂ ਦੀ ਅਵਸਥਾ ਬਿਆਨ ਕਰ ਰਹੇ ਨੇ। ਗਰੀਬ ਨਵਾਜ ਕਹਿੰਦੇ, ਰਾਮ ਕਲੀ ਮਹੱਲਾ ਪੰਜਵਾਂ, ਰਾਮ ਕਲੀ ਰਾਗ ਹੈ, ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ। ਕਿਛੂ ਕਾਜ ਨਾ ਕੀਓ ਜਾਨ, ਹੇ ਵਾਹਿਗੁਰੂ ਪਰਮਾਤਮਾ, ਮੈਨੂੰ ਸਮਝ ਆ ਗਈ ਹੈ ਕਿ ਮੇਰੇ ਵੱਲੋਂ ਤਾਂ ਕੁਝ ਵੀ ਨਹੀਂ ਹੋ ਰਿਹਾ। ਮੈਂ ਤਾਂ ਐਵੇਂ ਹੀ ਹੰਕਾਰ ਕਰੀ ਜਾ ਰਿਹਾ ਸੀ। ਜਦੋਂ ਤੱਕ ਸਾਨੂੰ ਸੋਝੀ ਨਹੀਂ ਹੈ ਨਾ, ਆਪਾਂ ਹਰ ਇੱਕ ਕਰਮ ਦੀ ਈਗੋ ਕਰਦੇ ਹਾਂ, ਹੋਮੈ ਕਰਦੇ ਹਾਂ ਜੀ, ਮੈਂ ਕੀਤਾ, ਮੈਂ ਕੀਤਾ, ਮੈਂ ਕੀਤਾ। ਜਦੋਂ ਸਮਝ ਆ ਗਈ ਫਿਰ ਉਹ ਬੰਦਾ ਰੱਬ ਦੇ ਸਨਮੁਖ ਹੋ ਜਾਂਦਾ। ਕਹਿੰਦੇ ਮਹਾਰਾਜ ਕਿਛੂ ਕਾਜ ਨਾ ਕੀਓ ਜਾਣ, ਹੁਣ ਮੈਨੂੰ ਪਤਾ ਲੱਗਾ ਮੈਂ ਤਾਂ ਕੁਝ ਵੀ ਨਹੀਂ ਕਰ ਰਿਹਾ, ਕਿਉਂਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ ਜਲ ਥਲ ਮਈਲ ਸੋਏ। ਸੁਰਤ ਮਤ ਨਾਹੀ ਕਿਛ ਗਿਆਨ, ਸੁਰਤ ਮੈਨੂੰ ਕੋਈ ਸੋਝੀ ਨਹੀਂ ਹੈ, ਮਤ ਮੇਰੇ ਕੋਲ ਚੰਗੀ ਮਤ ਵੀ ਨਹੀਂ ਹੈ, ਨਾ ਹੀ ਕਿਛ ਗਿਆਨ, ਤੇ ਨਾ ਹੀ ਮੈਨੂੰ ਕੋਈ ਗਿਆਨ ਹੈ ਕਰਨ ਦਾ। ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਐਸੇ ਬੰਦੇ ਦੀ ਅਵਸਥਾ ਲਿਖੀ ਹੈ ਕਿ ਬਾਹਰੋਂ ਗੱਲਾਂ ਸੁਣ ਸੁਣ ਕੇ, ਬਾਹਰੋਂ ਗਿਆਨ ਇਕੱਠਾ ਕਰਕੇ ਸੋਚ ਲਿਆ ਮੈਂ ਗਿਆਨੀ ਹੋ ਗਿਆ ਹਾਂ। ਤੇ ਗਿਆਨੀ ਹੋਣ ਦਾ ਫਿਰ ਹੰਕਾਰ ਧਰਤੀ ਤੇ ਪੈਰ ਨਾ ਲੱਗੇ। ਇੱਕ ਦਿਨ ਸੱਚੇ ਮੁਰਸ਼ਦ ਦੇ ਕੋਲ ਚਲਾ ਗਿਆ, ਸੱਚਾ ਗੁਰੂ ਮਿਲ ਗਿਆ। ਉੱਥੇ ਵੀ ਜਾ ਕੇ ਕਹਿਣ ਲੱਗਾ, ਜੀ ਮੈਂ ਇੰਨਾ ਪੜ੍ਹਿਆ ਲਿਖਿਆ ਹਾਂ, ਮੈਂ ਵਿਦਵਾਨ ਹਾਂ, ਮੈਂ ਗਿਆਨਵਾਨ ਹਾਂ, ਮੈਂ ਧਨਵਾਨ ਹਾਂ। ਤੇ ਸੱਚੇ ਗੁਰੂ ਨੇ ਆਖਿਆ, ਮਿੱਤਰਾ ਤੂੰ ਸਾਰਾ ਕੁਝ ਝੂਠ ਪਾਈ ਫਿਰਦਾ ਹੈ। ਸਿਰ ਦੀ ਖੋਪੜੀ ਰੂਪੀ ਭਾਂਡੇ ਵਿੱਚ ਸਾਰਾ ਕੁਝ ਝੂਠ ਪਾਈ ਫਿਰਦਾ ਹੈ। ਤੇ ਸਾਰਾ ਫਿਰ ਉਹਨਾਂ ਨੇ ਉਲਟਾ ਕੇ ਖਾਲੀ ਕਰਕੇ ਜਦੋਂ ਭਾਂਡੇ ਨੂੰ ਮਾਂਜਿਆ, ਹਿਰਦੇ ਦਾ ਕਮਲ ਖਿੜ ਗਿਆ। ਫਿਰ ਪਤਾ ਲੱਗਾ ਅਸਲੀ ਗਿਆਨ ਦਾ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਲਿਖਿਆ ਹੈ, ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆਂ ਦੁਆਰੇ ਫਿਰਿਆ। ਸਿਰ ਨੂੰ ਹੀ ਭਾਂਡਾ ਬਣਾ ਲਿਆ, ਖੋਪੜੀ ਨੂੰ ਹੀ ਭਾਂਡਾ ਬਣਾ ਲਿਆ, ਤੇ ਪੜਿਆਂ ਦੇ ਕੋਲ ਗਿਆ। ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁੰਨ ਤੁੰਨ ਕੇ ਭਰਿਆ। ਆਪਣਾ ਕੋਈ ਅਨੁਭਵ ਨਹੀਂ ਹੈ, ਆਪ ਪ੍ਰੈਕਟੀਕਲ ਨਹੀਂ ਕੀਤਾ। ਉਥੋਂ ਸਾਖੀ ਸੁਣ ਲਈ, ਉਥੋਂ ਗੱਲਾਂ ਚਾਰ ਸੁਣ ਲਈਆਂ, ਉਥੋਂ ਗੱਲਾਂ ਚਾਰ ਸੁਣ ਲਈਆਂ, ਉਹ ਦਿਮਾਗ ਵਿੱਚ ਕੈਚ ਕਰ ਲਈਆਂ ਤੇ ਆਖਦਾ ਮੈਂ ਗਿਆਨੀ ਹੋ ਗਿਆ ਹਾਂ। ਗੁਰਮੁਖੋ, ਜਿਵੇਂ ਜੋ ਪਹਿਲਾਂ ਕਥਾਕਾਰ ਜਾਂ ਕੀਰਤਨੀਏ ਜਾਂ ਪਾਠੀ ਤਿਆਰ ਹੁੰਦੇ, ਅੱਜ ਵੀ ਟਕਸਾਲਾਂ ਵਿੱਚ ਜਾ ਕੇ ਦੇਖੋ ਟਾਈਮ ਲੱਗਦਾ ਹੈ। ਪਰ ਅੱਜ ਕੱਲ੍ਹ ਤਾਂ ਕੰਮ ਬੜਾ ਸੌਖਾ ਹੋ ਗਿਆ, ਵੀ ਨੈਟ ਤੋਂ ਸੁਣ ਲਓ। ਕੀਰਤਨ ਦਾ ਵੀ ਉਹੀ ਅਭਿਆਸ ਹੋ ਗਿਆ ਹੈ, ਕਥਾ ਦਾ ਵੀ ਉਹੀ, ਤੇ ਪਾਠ ਦਾ ਵੀ ਉਹੀ। ਕਿਸੇ ਨੂੰ ਉਸਤਾਦ ਧਾਰਨ ਨਹੀਂ ਕੀਤਾ, ਗਿਆਨ ਨਹੀਂ ਲਿਆ, ਤੇ ਆਦਾ ਮੈਂ ਤੇ ਬੜਾ ਵਿਦਵਾਨ ਹੋ ਗਿਆ ਹਾਂ, ਬੜਾ ਗਿਆਨਵਾਨ ਹੋ ਗਿਆ ਹਾਂ। ਤਾਂ ਭਾਈ ਵੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆਂ ਦੁਆਰੇ ਫਿਰਿਆ। ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁੰਨ ਤੁੰਨ ਕੇ ਭਰਿਆ। ਟਿਕੇ ਨਾ ਪੈਰ ਜਿਮੀ ਤੇ ਮੇਰਾ ਉੱਚਾ ਹੋ ਟੁਰਿਆ। ਜਦੋਂ ਮੈਂ ਆਖਿਆ ਵੀ ਮੈਂ ਤੇ ਬੜਾ ਗਿਆਨੀ ਹੋ ਗਿਆ ਹਾਂ। ਅੱਜ ਧਰਮਾਂ ਦੇ ਵਿੱਚ ਬਹੁਤਾ ਵਖਾਦ ਐਸੇ ਗਿਆਨੀ ਪੈਦਾ ਕਰ ਰਹੇ ਨੇ, ਕਿਤੋਂ ਪੜ੍ਹੇ ਲਿਖੇ ਹੈ ਨਹੀਂ, ਕਿਤੋਂ ਸੰਤਿਆ ਨਹੀਂ ਲਈ, ਤੇ ਚੁੱਕ ਕੇ ਅੱਜ ਕੱਲ੍ਹ ਫੇਸਬੁੱਕ ਤੇ ਯੂਟਿਊਬ ਤੇ ਆਪਣਾ ਨੈਟ ਤੇ ਜਿਹੜਾ ਪਾ ਦੇਣਗੇ,
ਬਹੁਤਾ ਵਿਵਾਦ ਇਹਨਾਂ ਲੋਕਾਂ ਕਰਕੇ ਹੈ। ਧਰਮ ਦੀ ਸੋਝੀ ਕੋਈ ਹੈ ਨਹੀਂ, ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਈ ਜਾਂਦੇ ਨੇ। ਕੋਈ ਜੇ ਵਿਚਾਰ ਦੀ ਗੱਲ ਆਖੇ ਤਾਂ ਉਹ ਸੁਣਨੀ ਨਹੀਂ ਹੈ। ਭਾਈ ਵੀਰ ਸਿੰਘ ਦੀ ਲਿਖਦੇ, ਕਹਿੰਦੇ ਐਸੇ ਬੰਦੇ ਦੀ ਗੱਲ, ਸਿਰ ਕਚਕੋਲ ਬਣਾਤ ਲਿੱਤਾ ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁੰਨ ਤੁੰਨ ਕੇ ਭਰਿਆ, ਟਿਕੇ ਨਾ ਪੈਰ ਜਿਮੀ ਤੇ ਮੇਰਾ, ਉੱਚਾ ਹੋ ਟੁਰਿਆ। ਇੱਕ ਦਿਨ ਇਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਮਲ ਮਲ ਕੇ ਫਿਰ ਧੋਤਾ ਇਸ ਨੂੰ ਮੈਲ ਇਲਮ ਦੀ ਲਾਈ, ਵੇਖੋ ਇਹ ਕਚਕੋਲ ਕਮਲ ਵਾਂਗ ਕਿੰਜ ਖਿੜਿਆ। ਸੱਚੇ ਮੁਰਸ਼ਦ ਕੋਲ ਚਲਾ ਗਿਆ। ਉਹ ਕਹਿੰਦੇ ਗਿਆਨ ਜਿਹੜਾ ਤੂੰ ਚੁੱਕੀ ਫਿਰਦਾ ਤੇਰਾ ਆਪਣਾ ਨਹੀਂ ਹੈ, ਆਪ ਕੀ ਅਭਿਆਸ ਕੀਤਾ ਹੈ। ਇਸ ਤਰ੍ਹਾਂ ਦੇ ਲੋਕ ਸਾਨੂੰ ਵੀ ਤੋੜਦੇ ਨੂੰ। ਕਹਿੰਦੇ ਕੀ ਲੋੜ ਹੈ ਜਪਜੀ ਸਾਹਿਬ ਦੇ ਪਾਠ ਕਰਨ ਦੀ, ਇੰਨੇ ਪਾਠ ਸੁਖਮਨੀ ਸਾਹਿਬ ਦੇ ਕਰਨ ਦੀ ਕੀ ਲੋੜ ਹੈ, ਇੰਨੇ ਪਾਠ ਚੌਪਈ ਸਾਹਿਬ ਕਰਨ ਦੀ ਕੀ ਲੋੜ ਹੈ। ਕਿਉਂਕਿ ਆਪ ਤਾਂ ਕੋਈ ਅਭਿਆਸ ਨਹੀਂ ਕੀਤਾ। ਜਦੋਂ ਤੱਕ ਆਪਾਂ ਸ਼ਬਦ ਦਾ, ਬਾਣੀ ਦਾ ਅਭਿਆਸ ਨਹੀਂ ਕਰਦੇ, ਉਦੋਂ ਤੱਕ ਗੱਲ ਨਹੀਂ ਬਣਦੀ। ਉਦੋਂ ਤੱਕ ਇਸ ਤਰ੍ਹਾਂ ਦਾ ਮਨੁੱਖ ਆਪ ਵੀ ਅਧੂਰਾ ਹੈ ਤੇ ਦੂਸਰਿਆਂ ਦੇ ਅੰਦਰ ਵੀ ਅਧੂਰਾਪਣ ਪੈਦਾ ਕਰਦਾ ਹੈ। ਕਿਉਂਕਿ ਜੋ ਮਨੁੱਖ ਦੇ ਕੋਲ ਹੈ ਉਹ ਦੂਜਿਆਂ ਨੂੰ ਵੰਡਦਾ ਹੈ। ਸੱਚਾ ਮੁਰਸ਼ਿਦ ਮਿਲ ਗਿਆ। ਜਿਵੇਂ ਭਾਈ ਨੰਦ ਲਾਲ ਵੀ ਬੜਾ ਵਿਦਵਾਨ ਸੀ, ਅਰਬੀ ਫਾਰਸੀ ਦਾ। ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਇਆ ਨਾ ਅਨੰਦਪੁਰ ਸਾਹਿਬ, ਆਪ ਸੰਗਤਾਂ ਨੂੰ ਪਤਾ ਹੈ ਔਰੰਗਜ਼ੇਬ ਕਹਿੰਦਾ ਇਸ ਨੂੰ ਮੁਸਲਮਾਨ ਬਣਾ ਲਿਆ ਜਾਵੇ। ਇਹਨੂੰ ਪਤਾ ਲੱਗ ਗਿਆ, ਭੱਜ ਕੇ ਆ ਗਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਾਣਿਆ। ਇਹ ਜਦੋਂ ਆਇਆ ਤੇ ਆ ਕੇ ਨਮਸਕਾਰ ਕਰਕੇ ਕਹਿਣ ਲੱਗਾ ਕਿ ਮੈਂ ਬੜਾ ਵਿਦਵਾਨ ਹਾਂ, ਬੜਾ ਮੈਨੂੰ ਇਲਮ ਹੈ, ਬੜਾ ਗਿਆਨ ਹੈ, ਮੈਂ ਔਰੰਗਜ਼ੇਬ ਦੇ ਕੋਲ ਨੌਕਰੀ ਕਰਦਾ ਰਿਹਾ। ਸਤਿਗੁਰੂ ਕਹਿੰਦੇ ਭਾਈ ਨੰਦ ਲਾਲ ਜਾ ਫਿਰ ਭਾਂਡੇ ਮਾਂਜ। ਭਾਂਡੇ ਮਾਂਜਣ ਲਾ ਦਿੱਤਾ। ਸੋਚਦਾ ਹੈ ਮੈਂ ਸੁਣਿਆ ਸੀ ਗੁਰੂ ਗੋਬਿੰਦ ਸਿੰਘ ਕਵੀਆਂ ਦੇ, ਵਿਦਵਾਨਾਂ ਦੇ ਬੜੇ ਕਦਰਦਾਨ ਨੇ, ਇਹਨਾਂ ਨੇ ਤਾਂ ਮੇਰੀ ਕਦਰ ਹੀ ਨਹੀਂ ਕੀਤੀ, ਮੈਨੂੰ ਭਾਂਡੇ ਮਾਂਜਣ ਲਾ ਦਿੱਤਾ ਹੈ। ਤਾਂ ਸਾਧ ਸੰਗਤ ਜਦੋਂ 2-4 ਦਿਨ ਲੰਘੇ ਨਾ, ਹੁਣ ਉੱਥੇ ਨਾਮ ਦੇ ਅਭਿਆਸੀ ਸੇਵਾ ਕਰਦੇ ਨੇ, ਭਾਂਡੇ ਮਾਂਜ ਰਹੇ ਨੇ, ਕੋਈ ਲੰਗਰ ਵਰਤਾ ਰਿਹਾ, ਬੜੀ ਬੜੀ ਬੰਦਗੀ ਵਾਲੇ। ਤੇ ਜਦੋਂ ਉਹਨਾਂ ਦੀ ਸੰਗਤ ਕੀਤੀ ਭਾਈ ਨੰਦ ਲਾਲ ਨੂੰ ਵੀ ਰੰਗ ਲੱਗ ਗਿਆ ਨਾਮ ਦਾ। ਕਿਉਂਕਿ ਸਾਧ ਕੈ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਜਦੋਂ ਆਪਾਂ ਕਿਸੇ ਗੁਰਮੁਖ ਦੀ ਸੰਗਤ ਵਿੱਚ ਬੈਠਦੇ ਆ ਨਾ, ਸਾਨੂੰ ਵੀ ਉੱਥੋਂ ਬੰਦਗੀ ਦਾ ਰੰਗ ਲੱਗ ਜਾਂਦਾ ਹੈ। ਮਾੜੇ ਦੀ ਸੰਗਤ ਵਿੱਚ ਬੈਠਾਂਗੇ ਮਾੜਾ ਰੰਗ ਲੱਗੇਗਾ, ਚੰਗੇ ਦੀ ਸੰਗਤ ਵਿੱਚ ਬੈਠਾਂਗੇ ਚੰਗੇ ਗੁਣ ਆਉਣਗੇ। ਤਾਂ ਹੁਣ ਭਾਈ ਨੰਦ ਲਾਲ ਬੜੇ ਰਸ ਵਿੱਚ ਬਰਤਨ ਮਾਂਜਦੇ ਨੇ, ਸੇਵਾ ਕਰਦੇ ਨੇ। ਕਹਿੰਦੇ ਨੇ ਇਹ ਤਾਂ ਗੁਰੂ ਨੇ ਬੜੀ ਵੱਡੀ ਦਾਤ ਦੇ ਦਿੱਤੀ, ਮੈਨੂੰ ਸੇਵਾ ਵਿੱਚ ਲਾ ਦਿੱਤਾ। ਪਹਿਲਾਂ ਕੁਝ ਹੋਰ ਖਿਆਲ ਸੀ, ਪਰ ਜਦੋਂ ਨਾਮ ਰੰਗੀਆਂ ਰੂਹਾਂ ਦੀ ਸੰਗਤ ਕੀਤੀ, ਕਹਿੰਦੇ ਤਾਂ ਗੁਰੂ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਆ ਗਏ ਤੇ ਭਾਈ ਨੰਦ ਲਾਲ ਨੂੰ ਉਠਾਇਆ ਬਰਤਨ ਮਾਂਜਣ ਤੋਂ। ਭਾਈ ਨੰਦ ਲਾਲ ਬਸ ਤੇਰੀ ਸੇਵਾ ਪੂਰੀ ਹੋ ਗਈ। ਕਹਿੰਦੇ ਨਹੀਂ ਮਹਾਰਾਜ, ਮੈਨੂੰ ਬੜਾ ਰਸ ਆਉਂਦਾ ਹੈ। ਪਾਤਸ਼ਾਹ ਕਹਿੰਦੇ ਨਹੀਂ ਹੁਣ ਲੋੜ ਨਹੀਂ ਹੈ, ਕਿਉਂਕਿ ਜਿਹੜੀ ਮੈਲ ਸੀ ਉਹ ਲੈ ਗਈ। ਹੁਮੇ ਦੀ ਮੈਲ ਸੀ ਨਾ, ਵੀ ਮੈਂ ਤੇ ਅਰਬੀ ਫਾਰਸੀ ਦਾ ਵਿਦਵਾਨ, ਪਰ ਹੁਣ ਕਹਿੰਦੇ ਨਹੀਂ, ਇਹਦੇ ਵਰਗੀ ਜਿਹੜੀ ਦਾਤ ਗੁਰੂ ਨੇ ਸੇਵਾ ਦਿੱਤੀ ਟੁੱਟ ਕੇ, ਇਹਦੇ ਵਰਗੀ ਦਾਤ ਤਾਂ ਹੈ ਹੀ ਨਹੀਂ। ਬਰਤਨ ਮਾਂਜਦਿਆਂ ਮਾਂਜਦਿਆਂ ਮਨ ਵੀ ਮਾਂਜਿਆ ਗਿਆ, ਮਨ ਦੀ ਮੈਲ ਲੈ ਗਈ। ਤੇ ਭਾਈ ਨੰਦ ਲਾਲ ਨੂੰ ਗੁਰੂ ਮਹਾਰਾਜ ਨੇ ਗਲਵੱਕੜੀ ਵਿੱਚ ਲੈ ਲਿਆ। ਕਹਿੰਦੇ ਹੁਣ ਲਿਖ ਕਵਿਤਾ, ਹੁਣ ਜੋ ਲਿਖਣਾ ਲਿਖ। ਤਾਂ ਬੜਾ ਖੁਸ਼ ਹੋਇਆ ਭਾਈ ਨੰਦ ਲਾਲ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਿਮਾ ਉਹਨਾਂ ਦੇਖੋ ਕਿੰਨੀ ਲਿਖੀ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿੰਨੀ ਮਹਿਮਾ ਲਿਖਦਾ ਹੈ। ਤੋ ਇਸ ਤਰ੍ਹਾਂ ਜਦੋਂ ਸੱਚੇ ਮੁਰਸ਼ਦ ਕੋਲ ਚਲੇ ਗਏ ਨਾ, ਉਹਨੇ ਫਿਰ ਮੈਲ ਲਾ ਦੇਣੀ ਹੈ। ਜਦੋਂ ਮੈਲ ਉਤਰ ਗਈ ਫਿਰ ਪਤਾ ਲੱਗਦਾ ਹੈ
ਕਿ ਮੈਂ ਤਾਂ ਕੁਝ ਵੀ ਨਹੀਂ ਹਾਂ, ਸਾਰਾ ਕੁਝ ਉਹ ਵਾਹਿਗੁਰੂ ਆਪ ਹੀ ਸਾਰੇ ਪਾਸੇ ਵਰਤ ਰਿਹਾ ਹੈ। ਸੁਰਤ ਮਤ ਨਾਹੀ ਕਿਛ ਗਿਆਨ, ਮੈਨੂੰ ਤਾਂ ਕੋਈ ਸਮਝ ਵੀ ਨਹੀਂ ਹੈ, ਨਾ ਮੇਰੀ ਮਤ ਚੰਗੀ ਹੈ, ਨਾ ਮੈਨੂੰ ਕੋਈ ਗਿਆਨ ਹੈ ਰੂਹਾਨੀਅਤ ਦਾ। ਜਾਪ ਤਾਪ ਸੀਲ ਨਹੀਂ ਧਰਮ, ਕਿਛੂ ਨਾ ਜਾਨੋ ਕੈਸਾ ਕਰਮ। ਜਾਪ ਤਾਪ ਸੀਲ ਨਹੀਂ ਧਰਮ, ਨਾ ਮੇਰੇ ਕੋਲ ਕੋਈ ਜਾਪ ਹੈ, ਨਾ ਮੇਰਾ ਕੋਈ ਤਪ ਕੀਤਾ ਹੋਇਆ ਹੈ, ਨਾ ਮੇਰਾ ਸੁਭਾਅ ਬੜਾ ਸੀਲ ਹੈ, ਨਾ ਹੀ ਮੇਰੇ ਕੋਲ ਕੋਈ ਧਰਮ ਹੈ। ਜਿਵੇਂ ਜਿਵੇਂ ਮਨੁੱਖ ਰੱਬ ਨਾਲ ਜੁੜਦਾ ਫਿਰ ਪਤਾ ਲੱਗਦਾ ਹੈ ਵੀ ਅਸੀਂ ਧਰਮ ਤੋਂ ਕਿੰਨੇ ਦੂਰ ਹਾਂ, ਸ਼ੁਭ ਗੁਣਾਂ ਤੋਂ ਕਿੰਨੇ ਦੂਰ ਹਾਂ। ਜਪਜੀ ਸਾਹਿਬ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧਰਮ ਤੋਂ ਹੀ ਸ਼ੁਰੂ ਕਰਦੇ ਨੇ। ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵੀ ਜੀ ਜੂਤ ਕੇ ਰੰਗ, ਤਿਨ ਕੇ ਨਾਮ ਅਨੇਕ। ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ, ਸੱਚਾ ਦਰਬਾਰ। ਤਿਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ। ਹੁਣ ਧਰਮ ਦੀ ਪਰਿਭਾਸ਼ਾ ਮਹਾਰਾਜ ਨੇ ਉੱਥੇ ਦੱਸੀ ਹੈ। ਆਪਾਂ ਬਾਹਰੋਂ ਬਾਣਾ ਹੀ ਪਾ ਕੇ ਸੋਚ ਲਿਆ ਮੈਂ ਧਰਮੀ ਹੋ ਗਿਆ ਹਾਂ। ਇਹ ਤਾਂ ਇੱਕ ਵਰਦੀ ਹੈ। ਜਿਵੇਂ ਸਕੂਲ ਦੇ ਵਿੱਚ ਬੱਚੇ ਜਾਂਦੇ ਨੇ, ਵਰਦੀ ਪਾਉਣ ਨਾਲ ਕੋਈ ਪ੍ਰੋਫੈਸਰ ਥੋੜਾ ਬਣ ਜਾਵੇਗਾ। ਵਰਦੀ ਵੀ ਚਾਹੀਦੀ ਹੈ, ਵਰਦੀ ਦਾ ਇੱਕ ਆਪਣਾ ਭਾਵ ਹੁੰਦਾ ਹੈ, ਪਰ ਪੜ੍ਹਾਈ ਕਰਨੀ ਕੁਝ ਗੱਲ ਹੋਰ ਹੁੰਦੀ ਹੈ। ਧਰਮ ਦਾ ਬਾਣਾ ਸਾਰਿਆਂ ਨੇ ਪਾ ਲਿਆ, ਭਾਵੇਂ ਹਿੰਦੂ ਨੇ, ਭਾਵੇਂ ਮੁਸਲਮਾਨ ਵੀ ਨੇ, ਭਾਵੇਂ ਯਹੂਦੀ ਨੇ, ਬੋਧੀ ਨੇ, ਜੈਨੀ, ਪਾਰਸੀ, ਈਸਾਈ, ਆਪਾਂ ਸਿੱਖ। ਬਾਣਾ ਪਾਉਣ ਨਾਲ ਕੋਈ ਧਰਮ ਹੀ ਨਹੀਂ ਹੈ। ਧਰਮ ਦੀ ਉੱਥੇ ਡੈਫੀਨੇਸ਼ਨ ਮਹਾਰਾਜ ਨੇ ਦੱਸੀ ਹੈ। ਧਰਮ ਖੰਡ ਤੋਂ ਅੱਗੇ ਗਿਆਨ ਖੰਡ ਹੈ, ਫਿਰ ਸ਼ਰਮ ਖੰਡ ਹੈ, ਫਿਰ ਕਰਮ ਖੰਡ ਹੈ, ਫਿਰ ਸੱਚ ਖੰਡ ਹੈ। ਪਹਿਲੀ ਗੱਲ ਤੇ ਸਾਨੂੰ ਧਰਮ ਖੰਡ ਦਾ ਹੀ ਨਹੀਂ ਪਤਾ ਹੈ। ਪੜ੍ਹੀ ਜਾਂਦੇ ਆ ਆਪਾਂ, ਅਖਵਾਈ ਜਾਂਦੇ ਆ ਵੀ ਮੈਂ ਧਾਰਮਿਕ ਬੰਦਾ ਹਾਂ ਜੀ, ਮੈਂ ਤੇ ਸਿੱਖ ਧਰਮ ਨੂੰ ਮੰਨਣ ਵਾਲਾ ਹਾਂ, ਮੈਂ ਹਿੰਦੂ ਧਰਮ ਨੂੰ ਮੰਨਣ ਵਾਲਾ ਹਾਂ, ਮੈਂ ਇਸਲਾਮ ਮਤ ਨੂੰ ਮੰਨਣ ਵਾਲਾ ਹਾਂ, ਪਰ ਧਰਮ ਦਾ ਪਤਾ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖ, ਜਿਵੇਂ ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ। ਸਾਰਾ ਕੁਝ ਇੱਕ ਮਰਿਆਦਾ ਵਿੱਚ ਚੱਲ ਰਿਹਾ ਹੈ ਨਾ। ਧਰਮ ਸਿੱਖਣਾ ਹੈ ਨਾ ਤਾਂ ਸ੍ਰਿਸ਼ਟੀ ਵੱਲ ਵੇਖੋ। ਸੂਰਜ ਇੱਕ ਮਰਿਆਦਾ ਵਿੱਚ ਚੱਲਦਾ ਹੈ, ਉਹਨੂੰ ਹੀ ਧਰਮ ਆਖਿਆ ਗਿਆ ਹੈ। ਚੰਦਰਮਾ ਇੱਕ ਮਰਿਆਦਾ ਵਿੱਚ ਚੱਲਦਾ ਹੈ। ਸਮੁੰਦਰ ਵੀ ਇੱਕ ਮਰਿਆਦਾ ਵਿੱਚ ਹੈ। ਜੇ ਸਮੁੰਦਰ ਧਰਤੀ ਨਾਲੋਂ 3 ਗੁਣਾ ਜ਼ਿਆਦਾ ਪਾਣੀ ਹੈ, ਜੇ ਉਹ ਸਮੁੰਦਰ ਮਰਿਆਦਾ ਤੋਂ ਬਾਹਰ ਹੋਵੇ, ਧਰਤੀ ਲੱਭਣੀ ਵੀ ਨਹੀਂ ਕਿੱਥੇ ਹੈ, ਇੰਨਾ ਜ਼ਿਆਦਾ ਪਾਣੀ ਹੈ। ਤਾਂ ਇਸੇ ਤਰ੍ਹਾਂ ਵੇਖੋ ਤੂਫਾਨ ਚੱਲਦਾ ਹੈ, ਉਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਮਰਿਆਦਾ ਵਿੱਚ ਚੱਲਦਾ ਹੈ। ਭੈ ਵਿੱਚ ਪਵਨ ਵਹਿ ਸਦ ਵਾਓ। ਪਵਨ ਰੋਜ਼ ਚੱਲਦੀ ਹੈ ਨਾ, ਉਹੀ ਪਵਨ ਕਿਤੇ ਜਦੋਂ ਤੂਫਾਨ ਦਾ ਰੂਪ ਧਾਰਨ ਕਰ ਲੈਂਦੀ ਹੈ, ਕਿੰਨਾ ਨੁਕਸਾਨ ਹੁੰਦਾ ਹੈ। ਉਹ ਵਾਹਿਗੁਰੂ ਦੇ ਮਰਿਆਦਾ ਵਿੱਚ ਚੱਲ ਰਹੀ ਹੈ ਤਾਂ ਉਹ ਸਦਾ ਵਾਸਤੇ ਹੀ, ਪਰ ਜਦੋਂ ਤੂਫਾਨ ਦਾ ਰੂਪ ਧਾਰਨ ਕਰ ਲੈਂਦੀ ਹੈ, ਉਹੀ ਪਾਣੀ ਜਦੋਂ ਸੁਨਾਮੀਆਂ ਦਾ ਰੂਪ ਧਾਰਨ ਕਰ ਲੈਂਦਾ ਹੈ, ਉਹੀ ਬੱਦਲ ਨੇ, ਕਦੇ ਉਹ ਵੀ ਕਿਤੇ ਵੇਖੋ ਹੜ੍ਹਾਂ ਦਾ ਰੂਪ ਧਾਰਨ ਕਰ ਲੈਂਦੇ ਨੇ, ਕਿਤੇ ਬੱਦਲ ਫਟ ਜਾਵੇ ਕਿੰਨਾ ਨੁਕਸਾਨ ਹੁੰਦਾ ਹੈ। ਤੋ ਮਹਾਰਾਜ ਉੱਥੇ ਸਾਰਾ ਕੁਝ ਦੱਸਦੇ ਨੇ, ਭਾਈ ਇਹ ਵੇਖੋ। ਫਿਰ ਇੱਕ ਮਨੁੱਖ ਐਸਾ ਹੈ ਜਿਹੜਾ ਮਰਿਆਦਾ ਤੋਂ ਬਾਹਰ ਹੁੰਦਾ ਹੈ। ਸ਼ੇਰ ਵੀ ਆਪਣੀ ਮਰਿਆਦਾ ਵਿੱਚ ਹੈ, ਕੁੱਤਾ ਵੀ ਆਪਣੀ ਮਰਿਆਦਾ ਵਿੱਚ ਚੱਲਦਾ ਹੈ, ਗਧਾ ਵੀ ਆਪਣੀ ਮਰਿਆਦਾ ਵਿੱਚ ਚੱਲਦਾ ਹੈ, ਹਾਥੀ ਵੀ। ਜੋ ਪਰਮਾਤਮਾ ਨੇ ਉਹਨਾਂ ਦੀ ਜੀਵਨ ਦੀ ਮਰਿਆਦਾ ਬਣਾਈ ਉਹਨੂੰ ਛੱਡਦੇ ਨਹੀਂ ਹਨ।
ਜਿਵੇਂ ਪੰਥ ਦੇ ਮਹਾਨ ਵਿਦਵਾਨ ਗੁਰਮੁਖ ਰੂ ਗਿਆਨੀ ਸੰਤ ਸਿੰਘ ਮਸ਼ਕੀਨ ਜੀ ਉਹ ਕਥਾ ਵਿੱਚ ਦੱਸਦੇ ਹੁੰਦੇ ਸਨ। ਕਹਿੰਦੇ ਤੁਸੀਂ ਗਊ ਦੇ ਅੱਗੇ ਮਾਸ ਰੱਖੋ, ਗਊ ਕਦੇ ਵੀ ਮਾਸ ਨਹੀਂ ਖਾਏਗੀ, ਉਹਦਾ ਧਰਮ ਹੀ ਨਹੀਂ ਹੈਗਾ ਇਹ। ਸ਼ੇਰ ਦੇ ਅੱਗੇ ਘਾਹ ਪਾਓ, ਖਲ ਪਾਓ, ਉਹ ਨਹੀਂ ਖਾਏਗਾ, ਕਿਉਂਕਿ ਉਹਦੀ ਮਰਿਆਦਾ ਹੀ ਨਹੀਂ, ਉਹਦੀ ਮਰਿਆਦਾ ਪਰਮਾਤਮਾ ਨੇ ਜੋ ਬਣਾਈ ਉਹਦੇ ਵਿੱਚ ਹੀ ਚੱਲਦਾ ਹੈ। ਇੱਕ ਬੰਦਾ ਬੇਮਰਿਆਦਾ ਹੈ ਸਾਰੀਆਂ ਦੁਨੀਆਂ ਵਿੱਚੋਂ, ਇਹਦੀ ਕੋਈ ਮਰਿਆਦਾ ਨਹੀਂ ਹੈ, ਇਹਦਾ ਕੋਈ ਪਤਾ ਨਹੀਂ ਨੇ ਕੀ ਕਰ ਦੇਣਾ ਹੈ। ਹੁਣ ਸੱਪ ਦਾ ਸੁਭਾਅ ਹੈ, ਉਹਨੇ ਡੰਗ ਮਾਰਨਾ ਹੀ ਮਾਰਨਾ, ਸਿੱਧਾ ਸਾਰਿਆਂ ਨੂੰ ਪਤਾ ਹੀ ਹੈ। ਬੰਦੇ ਦਾ ਕੋਈ ਪਤਾ ਨਹੀਂ ਇਹਨੇ ਕੀ ਕਰਮ ਕਰ ਦੇਣਾ ਹੈ, ਕੀ ਪਾਪ ਕਰ ਦੇਣਾ ਹੈ, ਕਿਹੜੇ ਪਾਸੇ ਚੱਲ ਪੈਣਾ ਹੈ। ਤੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਧਰਮ ਨੂੰ ਧਾਰਨ ਕਰ, ਧਰਮ ਨੂੰ ਸਮਝਣਾ ਕਰ। ਹੁਣ ਕਿੰਨੇ ਗ੍ਰੰਥ ਨੇ, ਵੇਦ ਨੇ, ਪੁਰਾਣ ਨੇ, ਸ਼ਾਸਤਰ ਨੇ, ਸਿਮਰਤੀਆਂ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਹੋਰ ਬਹੁਤ ਸਾਰੇ ਧਾਰਮਿਕ ਗ੍ਰੰਥ ਨੇ। ਇਹ ਕਿਹਦੇ ਵਾਸਤੇ ਨੇ? ਪਸ਼ੂਆਂ ਨੂੰ ਸਮਝਾਉਣ ਵਾਸਤੇ ਥੋੜਾ ਨੇ, ਇਹ ਜਾਨਵਰਾਂ ਨੂੰ, ਕੀੜਿਆਂ ਮਕੌੜਿਆਂ ਨੂੰ ਸਮਝਾਉਣ ਵਾਸਤੇ ਥੋੜਾ ਨੇ, ਇਹ ਮਨੁੱਖ ਨੂੰ ਸਮਝਾਉਣ ਵਾਸਤੇ ਸਾਰੀ ਬਾਣੀ ਆਈ ਹੈ। ਭਾਵੇਂ ਵੇਦਾਂ ਦਾ ਗਿਆਨ ਹੈ, ਭਾਵੇਂ ਸ਼ਾਸਤਰਾਂ ਦਾ, ਸਿਮਰਤੀਆਂ ਦਾ, ਜੋ ਕੁਝ ਹੈ ਸਾਰਾ ਕੁਝ ਉਹ ਗਿਆਨ ਮਨੁੱਖ ਵਾਸਤੇ ਹੀ ਹੈ ਨਾ, ਤੇ ਮਨੁੱਖ ਫੇਰ ਨਹੀਂ ਸਮਝਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਸਮਝ ਆ ਗਈ, ਧਰਮ ਦੀ ਜਾਣਕਾਰੀ ਆ ਗਈ, ਗੁਰੂ ਦੀ ਮੱਤ ਲੈ ਕੇ, ਫਿਰ ਪਤਾ ਲੱਗਦਾ ਹੈ ਕਿ ਮੇਰੇ ਪੱਲੇ ਤਾਂ ਕੁਝ ਵੀ ਨਹੀਂ ਹੈ। ਜਾਪ ਤਾਪ ਸੀਲ ਨਹੀਂ ਧਰਮ, ਕਿਛੂ ਨਾ ਜਾਣੋ ਕੈਸਾ ਕਰਮ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ, ਮੈਨੂੰ ਤੇ ਇਹ ਵੀ ਨਹੀਂ ਪਤਾ ਮੇਰੇ ਕਰਮਾਂ ਦੀ ਗਤੀ ਕੀ ਹੈ। ਕਿਛੂ ਨਾ ਜਾਣੋ ਕੈਸਾ ਕਰਮ, ਮੈਨੂੰ ਕੁਝ ਵੀ ਜਾਣਕਾਰੀ ਨਹੀਂ ਹੈ। ਕਿਉਂਕਿ ਜੇ ਆਪਾਂ ਨੂੰ ਪਤਾ ਲੱਗ ਜਾਵੇ ਇਹ ਕਰਮ ਦਾ ਫਲ ਇਹ ਹੈ, ਮਾੜਾ ਕਰਮ ਮਨੁੱਖ ਫਿਰ ਕਰੇਗਾ ਹੀ ਨਹੀਂ। ਵੀ ਇਹ ਕਰਮ ਦੀ ਇੰਨੀ ਵੱਡੀ ਸਜ਼ਾ ਮਿਲਣੀ ਹੈ, ਫਿਰ ਤੇ ਮਨੁੱਖ ਕਰੇਗਾ ਹੀ ਨਹੀਂ, ਇਹਨੂੰ ਭਾਵ ਪਤਾ ਹੀ ਨਹੀਂ ਹੈ। ਤੋ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਠਾਕੁਰ ਪ੍ਰੀਤਮ ਪ੍ਰਭ ਮੇਰੇ, ਹੇ ਮੇਰੇ ਠਾਕੁਰ ਪ੍ਰੀਤਮ ਮੇਰੇ ਵਾਹਿਗੁਰੂ, ਤੁਝ ਬਿਨਾ ਦੂਜਾ ਅਵਰ ਨਾ ਕੋਈ, ਭੂਲੈ ਚੁਕੈ ਪ੍ਰਭ ਤੇਰੇ। ਹੁਣ ਸਮਝ ਆ ਗਈ ਨਾ, ਤਾਂ ਐਸਾ ਗੁਰਮੁਖ ਫਿਰ ਰੱਬ ਕੋਲ ਅਰਦਾਸ ਹੀ ਕਰਦਾ ਹੈ, ਵਾਹਿਗੁਰੂ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ। ਭੁੱਲ ਚੁੱਕ ਅਸੀਂ ਕਰਦੇ ਹਾਂ, ਬੜੀਆਂ ਗਲਤੀਆਂ ਕਰਦੇ ਹਾਂ, ਪਰ ਤੇਰੇ ਹਾਂ ਤੂੰ ਬਖਸ਼ ਲੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ, ਰਿੱਧ ਨਾ ਬੁੱਧ ਨਾ ਸਿੱਧ ਪਰਗਾਸ, ਬਿਖੈ ਬਿਆਦ ਕੇ ਗਾਵ ਮੈਂ ਬਾਸ। ਨਾ ਮੇਰੇ ਕੋਲ ਕੋਈ ਰਿਧੀਆਂ ਨੇ, ਨਾ ਕੋਈ ਸਿੱਧੀਆਂ ਨੇ, ਨਾ ਮੈਨੂੰ ਕੋਈ ਆਤਮ ਵਸ਼ੈਣੀ ਬੁੱਧੀ ਹੈ, ਕਿਸੇ ਵੀ ਤਰ੍ਹਾਂ ਦਾ ਮੇਰੇ ਕੋਲ ਕੋਈ ਹੈ ਹੀ ਨਹੀਂ। ਬਿਖੈ ਬਿਆਦ ਕੇ ਗਾਵ ਮੈਂ ਬਾਸ, ਗਾਵ ਕਹਿੰਦੇ ਨੇ ਪਿੰਡ, ਇਹ ਸਰੀਰ ਰੂਪੀ ਪਿੰਡ, ਸਰੀਰ ਰੂਪੀ ਗਾਵ, ਜਿਹਦੇ ਵਿੱਚ ਵਿਸ਼ੇ ਵਿਕਾਰ ਵਿਆਧੀਆਂ ਵਸਦੀਆਂ ਨੇ, ਇਹਦੇ ਵਿੱਚ ਮੇਰਾ ਵਾਸਾ ਹੈ। ਸਮਝ ਕਰਕੇ ਇਹ ਬੰਦਗੀ ਕਰਕੇ ਜਿਵੇਂ ਸੋਝੀ ਆਉਂਦੀ, ਪਤਾ ਲੱਗਦਾ ਇਹ ਸਰੀਰ ਜਿਹਨੂੰ ਆਪਾਂ ਬੜਾ ਚੰਗਾ ਸਮਝੀ ਬੈਠੇ ਆ ਨਾ, ਬੰਦਗੀ ਕਰਕੇ ਸਰੀਰ ਦਾ ਪਤਾ ਲੱਗਦਾ ਵੀ ਇਹ ਤਾਂ ਵਿਸ਼ੇ ਵਿਕਾਰਾਂ ਦਾ ਗੜ ਹੈ। ਭਗਤ ਸਤਿਗੁਰੂ ਦੀ ਬਾਣੀ ਵਿੱਚ ਵਚਨ ਆਉਂਦਾ ਹੈ, ਇਸ ਤਨ ਮੈਂ ਹੋਤੀ ਕੋਟ ਉਪਾਦ, ਇਸ ਤਨ ਦੇ ਵਿੱਚ ਕਰੋੜਾਂ ਹੀ ਉਪਾਧੀਆਂ ਨੇ, ਪਤਾ ਨਹੀਂ ਗਿਣਤੀ ਹੀ ਨਹੀਂ ਹੈ। ਇਹ ਤੇ ਵਾਹਿਗੁਰੂ ਨੇ ਢੱਕਿਆ ਹੋਇਆ ਹੈ, ਇਹਨੂੰ ਰੋਕਿਆ ਹੋਇਆ, ਤਾਂ ਹੀ ਨਹੀਂ ਤੇ ਇਹਦੇ ਵਿੱਚ ਕਰੋੜਾਂ ਬਿਮਾਰੀਆਂ, ਕਰੋੜਾਂ ਤਰ੍ਹਾਂ ਦੀਆਂ ਉਪਾਧੀਆਂ ਪਈਆਂ ਹੋਈਆਂ ਨੇ। ਐਸੇ ਸਰੀਰ ਦੇ ਵਿੱਚ ਜੀਵ ਆਤਮਾ ਰਹਿ ਰਿਹਾ ਹੈ। ਬੰਦਗੀ ਕਰਕੇ ਸਮਝ ਆ ਗਈ, ਹੇ ਵਾਹਿਗੁਰੂ ਮੇਰਾ ਐਸੇ ਨਗਰ ਦੇ ਵਿੱਚ ਵਾਸ ਹੈ। ਕਰਨਹਾਰ ਮੇਰੇ ਪ੍ਰਭ ਏਕ, ਨਾਮ ਤੇਰੇ ਕੀ ਮਨ ਮੈਂ ਟੇਕ। ਹੇ ਕਰਨ ਵਾਲੇ ਮੇਰੇ ਵਾਹਿਗੁਰੂ, ਕਰਨਹਾਰ ਮੇਰੇ ਪ੍ਰਭ ਏਕ, ਇੱਕ ਮੇਰੇ ਵਾਹਿਗੁਰੂ ਨਿਰੰਕਾਰ, ਨਾਮ ਤੇਰੇ ਕੀ ਮਨ ਮੈਂ ਟੇਕ।
ਮੇਰੇ ਮਨ ਵਿੱਚ ਤਾਂ ਤੇਰੇ ਨਾਮ ਦੀ ਹੀ ਟੇਕ ਹੈ ਆਸਰਾ। ਸੁਣ ਸੁਣ ਜੀਵੋ ਮਨ ਏ ਵਿਸਰਾਮ, ਪਾਪ ਖੰਡਨ ਪ੍ਰਭ ਤੇਰੋ ਨਾਮ। ਵਾਹਿਗੁਰੂ ਤੇਰਾ ਨਾਮ ਪਾਪਾਂ ਨੂੰ ਖੰਡਣ ਵਾਲਾ ਹੈ। ਹੁਣ ਜਿਵੇਂ ਜਿਵੇਂ ਮੈਂ ਤੇਰੇ ਨਾਮ ਨੂੰ ਸੁਣਦਾ ਹਾਂ, ਮਨ ਨੂੰ ਵਿਸ਼ਰਾਮ ਮਿਲਦਾ ਹੈ, ਮਨ ਨੂੰ ਟਿਕਾ ਮਿਲਦਾ। ਜਿਹੜਾ ਮਨ ਭਟਕਿਆ ਹੋਇਆ ਹੈ ਨਾ, ਜਿਵੇਂ ਜਿਵੇਂ ਨਾਮ ਨੂੰ ਸੁਣਨ ਲੱਗ ਪਏ, ਬਾਣੀ ਨੂੰ ਸੁਣਨ ਲੱਗ ਪਏ, ਤਾਂ ਮਨ ਨੂੰ ਵਿਸ਼ਰਾਮ ਟਿਕਾਣਾ ਮਿਲਦਾ ਹੈ। ਅਗਣਤ ਜੀ ਕਾ ਦਾਤਾ, ਤੂੰ ਅਗਣਤ ਜੀ ਕਾ ਦਾਤਾ, ਜਿਸੇ ਜਨਾਵੈ ਤਿਨ ਤੂੰ ਜਾਤਾ। ਇਹ ਵਾਹਿਗੁਰੂ ਤੂੰ ਅਗਣਤ ਜੀਵਾਂ ਦਾ ਦਾਤਾ ਹੈ, ਗਿਣਤੀ ਨਹੀਂ ਹੈ ਤੇਰੇ ਕਿੰਨੇ ਕੁ ਜੀਵ ਹਨ। ਜਿਸੇ ਜਣਾਵੈ ਤਿਨ ਤੂੰ ਜਾਤਾ, ਜਿਨ ਤੂੰ ਆਪਣਾ ਭੇਦ ਦੇਣਾ ਉਹੀ ਜਾਣਦਾ ਹੈ। ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਦੀ ਆਗ ਵਖਾਣੈ। ਜੋ ਉਪਾਇਓ ਤਿਸ ਤੇਰੀ ਆਸ, ਸਗਲ ਅਰਾਧੈ ਪ੍ਰਭ ਗੁਣ ਤਾਸ। ਜੋ ਉਪਾਇਓ ਤਿਸ ਤੇਰੀ ਆਸ, ਜੋ ਵੀ ਤੂੰ ਪੈਦਾ ਕੀਤਾ ਹੈ ਸਾਰਿਆਂ ਨੂੰ ਤੇਰੀ ਆਸ। ਕੀਰਤਨ ਸ਼ਬਦ ਪੜੋ ਬਾਅਦ। ਸਗਲ ਅਰਾਧੈ ਪ੍ਰਭ ਗੁਣ ਤਾਸ, ਸਾਰੇ ਵਾਹਿਗੁਰੂ ਪਰਮਾਤਮਾ ਨੂੰ ਅਰਾਧਦੇ ਨੇ। ਸਗਲ ਅਰਾਧੈ ਪ੍ਰਭ ਗੁਣ ਤਾਸ, ਗੁਣ ਤਾਸ ਗੁਣਾ ਦਾ ਖਜ਼ਾਨਾ ਵਾਹਿਗੁਰੂ। ਨਾਨਕ ਦਾਸ ਤੇਰੇ ਕੁਰਬਾਨ, ਬੇਅੰਤ ਸਾਹਿਬ ਮੇਰਾ ਮਿਹਰਬਾਨ। ਨਾਨਕ ਦਾਸ ਤੇਰੇ ਕੁਰਬਾਨ, ਏ ਵਾਹਿਗੁਰੂ ਦਾਸ ਸੇਵਕ ਤੇਰਾ ਤੇਰੇ ਤੋਂ ਕੁਰਬਾਨ ਹੈ, ਸਦਕੇ ਹੈ। ਏ ਮੇਰੇ ਸਾਹਿਬ ਤੂੰ ਬੇਅੰਤ ਹੈ, ਮਿਹਰਬਾਨ ਹੈ, ਤੇਰਾ ਦਾਸ ਤੇਰੇ ਤੋਂ ਸਦਕੇ ਹੈ, ਕੁਰਬਾਨ ਹੈ। ਤੀਸਰਾ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੇ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਮਹਿਰਾਮਤ ਬਖਸ਼ਿਸ਼ ਕਰਨ, ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पैंती 40 तो करना है ना उन्होंने।